ਗੁਰੂ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹਲਾ ਪੰਜਵਾ। ਸਾਧ ਭਈ ਗੁਰ ਗੋਬਿੰਦ ਪਾਈ। ਤਾਪ ਪਾਪ ਬਿਨਸੇ ਮੇਰੇ ਭਾਈ। ਸਾਧ ਭਈ ਗੁਰ ਗੋਬਿੰਦ ਪਾਈ। ਤਾਪ ਪਾਪ ਬਿਨਸੇ ਮੇਰੇ ਭਾਈ। ਰਾਮ ਨਾਮ ਨਿਤ ਰਸਨ ਬਖਾਨ। ਬਿਨਸੇ ਰੋਗ ਭਏ ਕਲਿਆਣ। ਪਾਰ ਬ੍ਰਹਮ ਗੁਣ ਅਗਮ ਵਿਚਾਰੋ। ਸਾਧੂ ਸੰਗਮ ਹੈ ਨਿਸਤਾਰ। ਨਿਰਮਲ ਗੁਣ ਗਾਵੋ ਨਿਤ ਨੀਤੋ। ਗਈ ਬਿਆਨ ਉਬਰੇ ਜਨ ਮੀਤੋ। ਮਨ ਵਚ ਕਰਮ ਪ੍ਰਭ ਆਪਣਾ ਧਿਆਈ। ਨਾਨਕ ਦਾਸ ਤੇਰੀ ਸਰਣਾਈ। ਮਨ ਵਚ ਕਰਮ ਪ੍ਰਭ ਆਪਣਾ ਧਿਆਈ। ਨਾਨਕ ਦਾਸ ਤੇਰੀ ਸਰਣਾਈ। ਸ੍ਰੀ ਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜੈ ਘਰ ਕੀਰਤ ਆਖੀਐ। ਘਰ ਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ। ਸਿਵਰਿਓ ਸਿਰਜਣਹਾਰੋ। ਸਤਿਗੁਰੂ ਜਗਤ ਗੁਰੂ
ਗੁਰੂਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਸੋਹਿਲਾ ਨਾਮ ਪਰਮੇਸ਼ਰ ਦੇ ਜਸ ਦਾ ਹੈ, ਜੋ ਉਸ ਦਾਤੇ ਦੀ ਵਡਿਆਈ ਕਰਨੀ, ਗੁਣ ਗਾਉਣੇ, ਸਿਫਤ ਕਰਨੀ। ਜੈਸੀ ਤਿੰਨ ਕਾਲ ਦੀ ਤਿੰਨ ਸੰਧਿਆ ਨੇ, ਪ੍ਰਤः ਕਾਲ, ਮਧਿਆਨ ਔਰ ਸਯੰਕਾਲ। ਤੈਸੀ ਸਤਿਗੁਰੂ ਪਾਤਸ਼ਾਹ ਗੁਰੂਦੇਵ ਜੀ ਦੇ ਮੱਤ ਵਿੱਚ ਵੀ ਪ੍ਰਤः ਕਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ, ਸਯੰਕਾਲ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ, ਉਹ ਸੈਨ ਸਮੇਂ ਭਾਵ ਰਾਤਰ ਦੇ ਸਮੇਂ, ਸੌਣ ਦੇ ਸਮੇਂ ਤੋਂ ਪਹਿਲਾਂ ਸੋਹਲੇ ਜੀ ਦਾ ਪਾਠ, ਇਹ ਤਿੰਨ ਸੰਧਿਆ ਨੇ। ਇਸ ਸੋਹਲੇ ਦਾ ਮਹੱਤਮ ਐਸੀ ਵਿਦਿਤ ਹੈ ਕਿ ਸ੍ਰੀ ਕਰਤਾਰਪੁਰ ਨਗਰ ਵਿੱਚ ਦੁਪਹਿਰ ਨੂੰ ਕਿਸੇ ਸਮੇਂ ਸ੍ਰੀ ਗੁਰੂ ਕਰਨ ਕਾਰਨ ਸਮਰੱਥ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੈਨ ਕਰ ਰਹੇ ਸਨ, ਭਾਵ ਸਤਿਗੁਰੂ ਆਰਾਮ ਦੇ ਵਿੱਚ ਨੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੂਜੇ ਗੁਰੂ ਨਾਨਕ ਗੁਰੂਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਦੀ ਸੇਵਾ ਕਰ ਰਹੇ ਸਨ। ਅਕਸ਼ ਮਾਤਰ ਚਰਨਾਂ ਵਿੱਚੋਂ ਰੁਦਰ ਨਿਕਸਿਆ, ਰੁਦਰ ਖੂਨ ਨਿਕਸਿਆ। ਜਦੋਂ ਦੇਖਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਅਕਸ਼ ਮਾਤਰ ਚਰਨਾਂ ਤੋਂ ਰੁਦਰ ਕਿਵੇਂ ਨਿਕਸਿਆ, ਕੀ ਕਾਰਨ? ਪਾਤਸ਼ਾਹ ਗੁਰਦੇਵ ਤੋਂ ਪੁੱਛਿਆ, ਫਿਰ ਬੇਨਤੀ ਕੀਤੀ। ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਅੰਮਕਾ ਸਿੱਖ ਬੱਕਰੀਆਂ ਦੇ ਚਰਾਵਣ ਵਾਲਾ ਸੋਹਲੇ ਜੀ ਦਾ ਪਾਠ ਝਾੜੀਆਂ ਵਿੱਚ ਕਰਦਾ ਫਿਰਦਾ ਹੈ, ਬੱਕਰੀਆਂ ਚਾਰਦਾ ਹੈ। ਉਹ ਝਾੜੀਆਂ ਵਿੱਚ ਪਾਠ ਕਰ ਰਿਹਾ ਹੈ ਸੋਹਲੇ ਜੀ ਦਾ। ਮੈਂ ਵੀ ਪਿੱਛੇ ਪਿੱਛੇ ਸੁਣਦਾ ਸੀ, ਇਸੀ ਤੇ ਕਾਂਟੇ ਲੱਗੇ ਨੇ ਕਿ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ, ਅੱਖਰੀ ਅੱਖਰੀ ਗੁਰੂ ਨਾਨਕ ਹੈ। ਪਾਤਸ਼ਾਹ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਅਸੀਂ ਉਹ ਬਾਣੀ ਨੂੰ ਗਾ ਰਿਹਾ, ਅਸੀਂ ਸੁਣ ਰਹੇ ਹਾਂ। ਕਾਂਟੇ ਕੰਡੇ ਸਾਡੇ ਪਾਵਨ ਚਰਨਾਂ ਵਿੱਚ ਲੱਗੇ ਨੇ ਸਤਿਗੁਰਾਂ ਦੇ, ਰੁਦਰ ਨਿਕਸਿਆ। ਕਿਉਂਕਿ ਜਹਾਂ ਕੋਈ ਆਵਤੀ ਸੋਹਲਾ ਪੜ੍ਹਦਾ ਹੈ, ਪਾਤਸ਼ਾਹ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਜਿੱਥੇ ਵੀ ਕੋਈ ਆਵਤੀ ਸੋਹਲੇ ਦਾ ਪਾਠ ਕਰਦਾ ਹੈ, ਮੈਂ ਤਾਹਾਂ ਸਰਵਣ ਕਰਦਾ ਹਾਂ। ਪਾਤਸ਼ਾਹ ਨੇ ਬਚਨ ਕੀਤੇ ਨੇ, ਸੋ ਉਸ ਨੂੰ ਉਪਦੇਸ਼ ਕਰੋ। ਪਾਤਸ਼ਾਹ ਨੇ ਇਹ ਵੀ ਬਚਨ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹੇ ਕਿ ਉਸ ਨੂੰ ਸਮਝਾਵੋ, ਇਹ ਆਲੀ ਨੂੰ ਜੋ ਬੱਕਰੀਆਂ ਚਾਰਦਾ ਹੈ ਅੰਮਕਾ ਸਿੱਖ, ਕਿ ਸੈਣ ਦੇ ਸਮੇਂ ਪਾਠ ਕਰਨਾ ਹੈ, ਦੁਪਹਿਰ ਨੂੰ ਨਹੀਂ ਕਰਨਾ। ਜਦੋਂ ਆਰਾਮ ਕਰਨਾ ਉਸ ਤੋਂ ਪਹਿਲਾਂ ਇਹ ਪਾਠ ਕਰਨਾ ਹੈ, ਉਸ ਸਮੇਂ ਨਾ ਕਰਿਆ ਕਰੇ। ਇਹ ਮਰਿਆਦਾ ਸੋਹਲੇ ਦੀ ਆਦ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਚੱਲੀ ਆਈ। ਉਹ ਤਿੰਨ ਸ਼ਬਦਾਂ ਦਾ ਪਾਠ ਹੁੰਦਾ ਰਿਹਾ, ਉਸ ਸਮੇਂ ਤਿੰਨ ਸ਼ਬਦ ਹੁੰਦੇ ਸੀ। ਔਰ ਪੰਜਵੇਂ ਗੁਰੂ ਨਾਨਕ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੱਗੇ ਇੱਕ ਵਣਜਾਰਾ ਸਿੱਖ ਆ ਗਿਆ। ਬੇਨਤੀ ਕੀਤੀ ਸਿੱਖ ਨੇ ਆ ਕੇ, ਸੱਚੇ ਪਾਤਸ਼ਾਹ ਗਰੀਬ ਨਵਾਜ, ਅਸੀਂ ਲੋਕ ਵਿਦੇਸ਼ਾਂ ਵਿੱਚ ਜਾਂਦੇ ਹਾਂ, ਸੁਦਾਗਰੀ ਵਣਜ ਕਰਦੇ ਹਾਂ, ਚੋਰ ਤੇ ਭੂਤ ਆਦਿਕ ਆ ਕੇ ਭਯੰਕਰ ਸਥਾਨਾਂ ਵਿੱਚ ਸਾਡਾ ਰਹਿਣਾ ਹੁੰਦਾ,
और भूत प्रेत आदਿਕ बड़ा तंग करते हैं और चोर चोरी करके लै जाते हैं। सो जिस ते साडी सर्व प्रकार की पातशाह रखिया होवे, ऐसी बख्शिश करो, ऐसा मंत्र उपदेश बख्शो। उस वणजारे सिख ने यह बेनती की गुरु अर्जन देव महाराज जी अगे कि चोर ना भूत प्रेत आदਿਕ तंग कर। फिर महाराज सतगुरां ने गुरु अर्जन देव महाराज जी ने पहला जो 3 शब्दां विच 2 शब्द मिला के सोहला मंत्र फिर वर्णन किया कि एक शब्द चौथे पातशाह सतगुरु जी का और एक अपना ये सोहला मंत्र पहरू आख है। फिर पातशाह ने वचन भी किए कि पहरू आख है जो एक कीर्तन सोहला है और पक्के कोट के तालीवत सिखां दे धन माल दा रखियक है। क्योंकि एक समय जो चोरे आ गए, क्योंकि सिख ने पूरे निजम दे नाल 5 इशनाना करके सतगुरु पातशाह जी की बाणी का जाप किया, वो चोर अंदर ही रहे, बाहर ना निकल सके। फिर भुल मंगी और फिर जो सतगुरां ने फिर पावन बचन भी कहे ने कि श्री जपजी साहिब जी का पाठ इसकी कुंजी है, जिवें जिंदा ला दी कि बार बंद हो जाता है। क्योंकि पक्के कोट के ताले लग जावणगे जो कीर्तन सोहले का पाठ करते मर्यादा दे नाल। फिर अमृत वेले ही उठ के श्री जपजी साहिब जी का पाठ करना एक कुंजी है। फिर सतगुरु पातशाह पावन बचन फरमाउंदे ने, जय घर कीरत आखी है कर तेका होए विचारो। हे भाई, जिस सतसंग रूप घर दे विच अकाल पुरख की कीर्ति कही जाती है, गुण गाए जाते हैं, वो जिथे करता पुरख के गुणों का विचार हुंदा ते सतसंग घर विच तुसीं भी जाके करते दा जस गान करो। भाई तुसीं भी सतसंगी बनो। जय घर कीरत आखी है करते का होए विचारो। तित घर गावो सोहला सिवरे हो सिरजणहारो। जे सिरजणहार परमेश्वर का चित करके भाई सिमरन करो, गुण गावो प्रभु दे। पातशाह फरमाउंदे ने, तुम गावो मेरे निरभौ का सोहला, खौवारी जित सोहलै सदा सुख होए। तुम गावो मेरे निरभौ का सोहला, खौवारी जित सोहलै सदा सुख होए। हे भाई जनो, तुसी मेरे स्वामी निरभौ स्वरूप का जस गाओ। मैं बलिहार जाता हाँ ते सोहले पर जिस दे गाने से नित आत्म सुख की प्राप्ति होती है। नित नित जियड़े संभालियन देखेगा देवनहार। तेरे दान कीमत ना पवै तिस दाते कवन सुमार। पातशाह फरमाउंदे ने, प्यारिओ, जब तुसी निता प्रति नित दे नेमी बनोगे, चित विच सिमरन करेंगे, तब देवनहार अकाल पुरख मेरा वाहे गुरु देख लवेगा, देखेगा, देखेगा देवनहार। जो जपोगे फिर वो मेहर की नजर करेगा। नित नित जियां की संभाल आप करता है मेरा वाहिगुरु। सो देवनहार तेरी तरफ भी देखेगा, तेरे पर भी कृपा करेगा। तेरे से तो तिसदे दान की कीमत नहीं पाई जाती, फिर तिस दाते दा स्वाद अंत तू किवें पावेगा।
कि परमेश्वर तेरे दान की खजाने की कीमत नहीं पाई जाती। इस खजाने वाले का कि मेरे वाहिगुरु तेरा क्या समाल तू बेअंत है। संबत साहा लिखिया मिल कर पावो तेलो, देहो सज्जन असीसड़िया ज्यों होवै साहिब स्यों मेलो। संबत साहा लिखिया मिल कर पावो तेलो। पातशाह फरमाउंदे ने संबत साहा लिखिया मिल कर पावो तेलो। वासों के अनुसार मिलतु रूप साहा लिखिया होया है अपना कि किस दिन मरना कदों मरना वो समा निश्चित है। मरण लखाई मंडल मह आए आप लिखा के ही आए। सो संतां दे साथ मिल के वैराग रूपी तेल पाओ क्या वैराग धारण करो। बाबा जी ने बख्शिशां करनी है भाई परमार्थ की पहली मंजिल वैराग है। जो परमार्थ की मंजिल पहली वैराग पहल पुरसा विदा। पातशाह बाणी विच भी फरमाउंदे ने वैराग धारण करो और ज्ञान करके परमेश्वर के साथ मेल होंदा है। सो यही वेदां से वेदां विच भी साहा समा लिखिया है। ये सज्जनों देहो सज्जन आसीसड़ियां ज्यों होवै साहिब स्यों मेल। ये सज्जनों ये असीसां दवो जो मेरा सच्चे साहिब मेरे वाहे गुरु नाल मेल हो जावे। घर घर एहो पहुँचा सदड़े नित पवनो, सदन हारा सिमरिया नानक से दे आवन। सब घर घर विच यही वहा गंढवा संदेशा फिर रहा घर घर। सदे नित पै रहे ने अपने समय पर सब जीव संसार नूं त्यागी चले जाते ने। सब छड़ के जा रहे ने वारो वारी। घर घर एहो पहुंचा सदड़े नित पवन। नित सदे पैंदे ने कि जाना है कि अमका चला गया तेरी भी वारी आउणी है। सब शास्त्रां विच यही जीव नूं सदे पै रहे। कहाँ बुलावा आ रहा कि हे मनुख अपने सूर विच प्राप्त हो। मेरे पातशाह फरमाउंदे ने सदन हारा काल नूं सिमरन करिए। ये भाई जो और लोगों पर आमदे देखते हाँ सो मृत्यु दे दिन अंत नूं तेरे पर भी आवणगे। जो अम का मृत्यु होया तू भी जाना है तेरी भी वारी आनी। मत कह अजे समा बड़ा है पता नहीं कदों आवाज सदा बुलावा आ जाना जाना पवेगा। शास्त्रां द्वारे अपनी तरफ सदन हारा जो परमेश्वर मेरा वाहिगुरु तिसनूं सिमर आराध कि तेरे पर भी वो ज्ञानवाना वाले दिन आवणगे बख्शिशां करेगा। बेनती की सच्चे पातशाह आपने कहा कि सब शास्त्रां दा सदा पढ़ रहा है। सो शास्त्रां दे मत तो अनेक ने अनेक मत ने शास्त्रां दे। भिन्न भिन्न रीति के उपदेश ने केवल वेदांत शास्त्र का सदा यथार्थ है। पातशाह कहन लगे जद कर्म उपासना के भेद से मत भिन्न भिन्न ने असी मनदे हां। तू सिद्धांत सबना दा एक परमेश्वर की प्राप्ति विच ही है। भावें कर्म उपासना के भेद मत भिन्न भिन्न ने गुरु नानक देव महाराज जी कहन लगे तू सिद्धांत सबना दा एक परमेश्वर की प्राप्ति विच है। मिलना तो सबना ने है भावें कोई किसी मत दा है।
किसी का अंतश करन की सुधी द्वारा परंपरा करके किसी का साक्षात्कार करके सोई स्पष्ट करते हुए पातशाह बचन कहते ने, राग आसा महला पहला, छे घर छे गुर छे उपदेश, गुर गुर एको वेश अनेक। सांख न्याय विशेषक मीमांसा पंतांजल वेदांत ये छे तां घर ने। इन्हां दे करता कपिल मुनि कणभुक गौतम ऋषि जैमन शेष व्यास ऋषि ये छे इन घरां दे गुरु ने। छे ही इन्हां दे उपदेश ने। सब गुरु दा गुरु एक करता पुरख है। अब गुरु दा गुरु एक करता पुरख, क्योंकि सब किसी विच प्राप्त करने दे रस्ते ने। स्वरूप अनेक प्रकार के अनेक आचार्यों के कथन किए ने, और शरीरा रूपी वे सब उसी दे ने। सांखी तत्तां से सृष्टि की उत्पत्ति मनते हैं, प्रकृति से गुणा का जुदा होना मोख मनते हैं। न्यायिक परमाणुओं से सृष्टि की उत्पत्ति मनते हैं। शेषक समय ते मनते हैं कि जब जैसा समा होवेगा तब तैसा हो जाता है। सो न्यायिकों समेत खट इंद्रे खट विषय खट ज्ञान शरीर सुख दुख इन 21 के नाल से जड़वत स्थित होना ही मोख मनते हैं। मीमांसक कर्मां से सृष्टि की उत्पत्ति मनते हैं। स्वर्ग प्राप्त मोख मनते हैं। जिस सुख का कदे नाश ना हो उस सुख नूं स्वर्ग मनते हैं। भाव वो कहते हैं कि ब्रह्मा विष्णु आदिकां नूं ये सुख कर्म उपासना ते होया है, और भी जो उत्तम कर्म करता है तिन्हां दे समान होंदा है। इन्हां दे मत विच ब्रह्मा विष्णु भी जीव कोटि में है, और कर्म से बिना अन्य ईश्वर का इस मत से अंगीकार नहीं है। पंतांजलि जोग से मोख मनते ने। वेदांती माया से सर्पनवत सिपी में रजत भासवत संसार की उत्पत्ति भरम नाल मनते ने। भरम नूं नाश करके आत्मानंद स्वरूप होना इस अभेद ज्ञान से मोख मन लेंदे ने। ये छे ने जो पातशाह फरमाउंदे ने, गुर गुर एको वेश अनेक। क्योंकि स्वरूप अनेक प्रकार के अनेक आचार्यों ने कथन किए। शरीर रूपी वेश सब उसी दे ने। बाबा जय कर करते कीरत होए, सो कर राख वडाई तोए। कि भाई जिस सतसंग घर दे विच करते दा जस हो रहा, वडियाई हो रही, इस घर विच तू अपने आप नूं रख, इस विच तेरी वडियाई होवेगी, शोभा होवेगी। बाबा करते हे पिता परमेश्वर जगत दे करते, जिस घर सतसंग विच तेरा जस हो रहा उस घर विच स्थान विच मैनू भी रख, मैं भी तेरी वडियाई करांगा। इस विच मैं तेरी वडियाई होवेगी, तेरी ही वडियाई होवेगी, गरीब नवाज सिद्ध होवेगी। वैसवै चसया घड़िया पहरा थिति वारी माहो, सूरज एको रुत अनेक, नानक करते के केते वेश। ये एक से अनेक मत क्यों हो गए, जिस पर दृष्टांत देने। जैसे 15 बार नेत्र नमीन के काल का नाम विशा है। 15 बार नेत्र नेत्रा बीचना, और काल का नाम विशा। 15 विशा का नाम चसा है। 15 बार नेत्र बीचने, और 30 चसा का पद है। 15 विषया का नाम चसा कहते हैं, और 30 चसा ਦਾ ਨਾਮ ਪਲ ਹੈ। 60 ਪਲ ਦੀ ਇੱਕ ਘੜੀ ਹੁੰਦੀ ਹੈ। 8 ਘੜੀ ਦਾ ਇੱਕ ਪਹਿਰ ਹੁੰਦਾ ਹੈ। 8 ਪਹਿਰ ਦਾ ਇੱਕ ਦਿਨ ਹੈ। 15 ਥਿਤ ਨੇ, 12 ਮਹੀਨੇ ਨੇ, 6 ਰੁੱਤਾਂ ਨੇ। परंतु सूरज एक दे ये अनेक भेद ने। सूरज तो एक है,
क्योंकि पातशाह अगे सवाल किया गया कि एक से अनेक मत क्यों हो गए। ये पातशाह ने वचन कहे ने कि सूझ तो एक है। 15 ਤਿੱਤਾਂ ने 12 महीने ने 6 रुत्तां ने पर सूझ एक दे ये अनेक भेद ने। इसी प्रकार करता पुरख एक है भेख भाव शरीर मत नाना प्रकार ते। राग तनासरी महला पहला गगन में थाल रब चंद दीपक बने तारका मंडल जनक मोती धूप मलयान लो पवन चवरो करे सगल बन राय फूलंत ज्योति। जगत गुरु श्री गुरु नानक देव महाराज जगत नूं तारदे होए सतगुरु पातशाह विच रहे सन। जिस समय आप गुरदेव पातशाह श्री जगन्नाथ पुरी गए तां आरती का समा होया। तब पंडितां ने कहा कि साधु आपने भगवान की आरती नहीं की। आरती हो रही सी ते पातशाह भी विराजमान सन। पांडे आरती कर रहे सन। तुसी बैठे क्यों रहे, क्यों नहीं उठे, तुसी आरती विच शामिल नहीं होए। फिर पातशाह कहन लगे जगत दे मालिक गुरुदेव श्री गुरु नानक देव महाराज जी कि भाई असी तो परमेश्वर के अगे ऐसी आरती करते हाँ जो सदैव काल हो रही है। असी तो ऐसी आरती करते हैं उस परमेश्वर के अगे सदैव काल ही हो रही है आरती। फिर पातशाह ने पावन बाणी उचारी उपदेश बख्शिया गगन में थाल रब चंद दीपक बने तारका मंडल जनक मोती धूप मलयान लो पवन चवरो करे सगल बन राय फूलंत ज्योति। अब आरती का रूप सतगुरु बयान करते ने। जदों पांडिया ने कहा कैसी तुसी आरती करते हो, सानू भी दसो, कोई समगरी दिखाई नहीं दिंदी। हे भव खंडन जी आकाश रूप आप दी आरती का थाल है मेरे प्रभु। उस प्रभु के सन्मुख बेनती करते हुए पातशाह बचन कहते हैं हे प्रभु हे भव खंडन जी आकाश रूप आप दी आरती का थाल है जो आकाश है। चंद्रमा सूरज ये दो दीपक उस विच धरे ने थाल विच। चंद्रमा ते सूरज दो दीवे जावत तारा मंडल ने सो जानो मोती धरे हुए ने थाल विच। जो तारे हे जगत दे पिता मोती जनक जड़े हुए मलयागर चंदन तिना विचों अगन देही धूप है। पवन देवता चौल कर रहा है। ये ज्योति प्रकाश रूप जितनी वनस्पति फूल रही है सब फुल भेटा ने तेरे अगे। कैसी आरती होई कैसी आरती होए भव खंडना तेरी आरती अनहता शब्द वाजंत पेरी। कैसी आरती होए भव खंडना तेरी आरती अनहता शब्द वाजंत पेरी। हे जन्म ते मन दे नाश करन खार मेरे प्रभु तेरी आरती कैसी होवे। कैसे हो रही है? पातशाह कहते भेरी आदि शब्द कुछ काल तक बजदे नहीं पर जिस तेरी आरती का जीवां दी बाणी रूप एक रस शब्द भेरी आदि को वाजे बज रहे ने गुण गाए जा रहे हैं। इस प्रकार असी तेरी उस्तुति करते हाँ। सहस तव नैन नन नैन है तोहे को सहस मूरत नना एक तोही। सहस पद बिमल नन एक पद गंध बिन सहस तब गंध एव चलत मोही। विराट रूप
करके सहंसद तेरे नेत्र ने मेरे वाहे गुरु, निर्गुण रूप विच एक भी नहीं है, क्योंकि कोई आकार नहीं तेरा निर्गुण विच, सरगुण विच सहंसद तेरे नेत्र ने। विराट रूप करके सहंसद तेरिया मूर्तियां ने पातशाह, निर्गुण करके एक मूर्त भी नहीं है। विराट रूप करके ये निर्मल रूप शुद्ध स्वरूप तेरे हजारां चरण ने मेरे वाहिगुरु, पर निर्गुण रूप विच एक भी नहीं। विराट रूप करके सहंसद तेरी नासिका गंध को ग्रहण करती है, और निर्गुण रूप करके गंध बिना के तेरे चरित्र आश्चर्य दे के मेरी बुद्धि मोहित हो रही है। सहस पद बैमल नन एक पद गंध बिन, सहस तव गंध एव चलत मोही। ऐसे आश्चर्य कौतकां नूं देख के मेरे प्रभु मेरी बुद्धि मोहित हो गई। सब मैं जोत जोत है सोए, तिस दै चानण सब मैं चानण होए। गुर साखी जोत प्रगट होए, जोत सपावै सो आरती होए। हे ज्योति सबना विच तेरी जोत है, सबना विच तू बैठा है, प्रतख है। तेरे चानन प्रकाश से चंद्रमा सूरज तारा आदिक सब विच प्रकाश हो रहा। और गुरु सिक्ख्या लैनी सी, अंत सकंड विचों जोत प्रगट हो जाती है। गुर साखी जोत प्रगट होए, जोत तो सबना विच है, पर गुरु की सिक्ख्या प्रगट हो जाती है। जो आप नूं भाउंदी है सोई आरती सतगुरु, हे प्रभु उत्तम श्रेष्ठ हुंदी है। जो तिस भाव है सो आरती होए, जो तेनू पाउंदी है। खार चरण कमल मकरंद लोपित मनो, आनंदिनो मोहे आही प्यासा। कृपा जल दे नानक सारंग को, होए जाते तेरे नाए वासा। हे मेरे प्रभु तेरे चरण कमलों की धूल रूप जो रस है मकरंद, जिस विच मेरा मन भरमर लुभाई मन हो रहा। और मेरे मन चातक नूं तेरे कृपा जल की प्यास है, कि इस रात दिन की प्यास नूं कृपा जल नूं देकर शांत करो प्रभु, से तेरे नाम विच मेरे मन का स्थान हो जाए, कि और ना जाए। यहाँ तक 16 3 शब्द गुरु नानक देव महाराज जी से लेकर गुरु रामदास महाराज जी तक पढ़ते सन। और 5वें पातशाह गुरु अर्जन देव महाराज ने जदों 2 शब्द दूजे मलाए हो, अब 5वें शब्द पढ़ने की रीति है। 5 शब्द जो कीर्तन सोहले पाठ विच पढ़े जाते हैं। सधारण उपदेश राग गौड़ी पूर्वी महला चौथा। काम क्रोध नगर बहु भरया, मिल साधु खंडल खंडागे। पूरब लिखत लिखे गुर पाया, मन कर लेव मंडल मंडाए। काम क्रोध नगर बहु भरिया, मिल साधु खंडल खंडा। हे भाई काम क्रोध लोभ अहंकार विकारां से शरीर रूपी नगर अति भरिया होया से। साधु शांत रूप गुरु के साथ मिल के समूह विकारां नूं खंडन कर दिता। जदों रब दे जन साधु मिले, मिल साधु खंडल खंडा।
इन्हां विकारां दा खंडन हो गया, सब विकार नस गए। ये भाई पूरब लिखत लेख अनुसार जिन्हां ने गुरु नूं पाया, पूरब लिखत लिखे गुर पाया, मन हर लिव मंडल मंडा के। तिन्हां दा मन वाहिगुरु दी प्रीत विच लिव विच मैदान विच गया, स्थान विच भूषित होया है, जुड़ गया। कर साधु अंजलि पुन वड्डा है, कर डंडौत पुन वड्डा है। कर साधु अंजलि पुन वड्डा है। साधुआं नूं अंजलि हथ जोड़ के नमस्कार करिए रब दे जनां नूं। साधु रब दे जन ने, प्यारे ने, हथ जोड़ के नमस्कार करिए तां भाई बड़ा पुन मिलदा है। ये बड़ा फल है साधु नूं नमस्कार करन दा। डंडौत करने से अति बड़ा पुन हुंदा, उस तो भी बड़ा जे डंडौत करांगे लम्मे पै के। कर डंडौत पुन वड्डा है। पातशाह गुरु रामदास महाराज सोढी सुल्तान सतगुरु फरमाउंदे ने, भाई वड्डा पुन मिलदा, जिसनों संस्कृति विच दंडवत बंधन कहते, जिवें दंडवत बंधन करनी, संस्कृति विच दंडवत बंधन कहते हैं। 8 अंग, 2 पैर, 2 हथ, 1 छाती, 1 मस्तक, 1 मन, 1 बाणी करके संतां दे अगे दंडवत पढ़िए, उसनूं डंडौत कहते हैं। जो सतगुरां ने वचन कहे ने, कर डंडौत पुन वड्डा है, ये बड़ा पुन मिलेगा। साकत हर रस साधना जाणियो, तिन अंतर खो मैं कंडा है। ज्यों ज्यों चले चुभै दुख पाव, जम काल सहे सिर डंडा। मन मुखा ने वाहिगुरु खरीदाए, रस का स्वाद नहीं जानिया मन मुखा ने साकतां, क्योंकि तिन्हां दे अंतशकरण विच हंता ते ममता रूप कंडा चुभिया है। ज्यों ज्यों हंता ममता से कर्म विच चलदे ने मनमुख, पातशाह फरमाउंदे ने, उस संतां दी निंदिया विच प्रवृत्त हुंदे ने। ज्यों ज्यों संत सुतंत्र तिस निज आनंद विच विचरदे ने, तिन्हां नूं देख के हंकारी दुखी हुंदे ने। जो हंकारी ने, तिन्हां दे जस नूं सखार नहीं सकदे, वो निंदक साकत पुरुष हंकारी जो गर्भ दे विच अटे ने। त्यों त्यों हौमे दा कंडा चुभदा है उन्हां नूं, हंकारियां ते निंदकां नूं हौमे दा कंडा अति दुख पाउंदे ने। अंत दे समय सिर पर फिर जम काल दा डंडा सहारदे ने हंकारी निंदक। खाद जन हर हर नाम समाणे, दुख जन्म मरण भव खंडा। अबनासी पुरख पाया परमेश, बहु सोभ खंड ब्रह्मंडा। हर जन हर हर नाम समाणे, दुख जन्म मरण भव खंडा है। अबनासी पुरख पाया परमेश्वर, बहु सोभ खंड ब्रह्मंडा है। जो खरी दे दास रब दे जन ने भाई, सो खर खर नाम विच अभेद ही रहिंदे ने, जपदे ने मुखों वाहिगुरू। तिन्हां ने जन्म ते मरण दा जो दुख है, जम्मण ते मरण संसार विच सुख खंडन कर दिता रब दे जनां ने। जम्मण मरण दा तिन को जो हर लड़ लग गए, जो लड़ लगे गुरु नानक दे जम्मणा मरना निवृत्त हो गया। जन्म मरण दा दुख जो उत्पत होया सी, तिस नूं अभाव कीता कि भाई नास तो रहत। परमेश्वर पुरख नूं जिन
ਗੁਰਮੁਖਾਂ ਨੇ ਪਾਇਆ ਔਰ ਗਾਇਆ ਤੇ ਆਇਆ ਰੱਬ ਦੇ ਜਨਾਂ ਨੇ ਗੁਰਮੁਖਾਂ ਨੇ। ਤੇ ਇਹਨਾਂ ਦੀ ਬਹੁਤ ਸੀ ਸੋਭਾ, ਖੰਡਾਂ ਬ੍ਰਹਿਮੰਡਾਂ ਵਿੱਚ ਉਹਨਾਂ ਦੀ ਵਡਿਆਈ ਤੇ ਸੋਭਾ ਹੁੰਦੀ ਹੈ। ਵੱਡਾ ਜਸ ਹੁੰਦਾ ਰੱਬ ਦੇ ਜਨਾਂ ਦਾ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਪਾਇਆ, ਬਖਸ਼ੀਸ਼ਾਂ ਲਈਆਂ ਗੁਰੂ ਨਾਨਕ ਦੇ ਘਰੋਂ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਘਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਘਰ ਨਾਮੇ ਹੀ ਸੁਖ ਮੰਡਾ ਹੈ। ਖਮ ਗਰੀਬ ਮਸਕੀਨ ਪ੍ਰਭ ਤੇਰੇ, ਘਰ ਰਾਖ ਰਾਖ ਵੱਡ ਵੱਡਾ। ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ, ਉਸ ਮਾਲਕ ਪਰਵਰਦਗਾਰ ਜਗਤ ਦੇ ਸਿਰਜਣਹਾਰ ਦਾਤਾਰ ਪ੍ਰਭੂ ਸਮਰੱਥ ਗੁਰੂ ਅੱਗੇ ਇਸ ਤਰ੍ਹਾਂ ਬੇਨਤੀ ਅਰਜ਼ੋਈ ਆਪਾਂ ਕਰਨੀ ਹੈ ਕਿ ਇਹ ਸੱਚੇ ਪਾਤਸ਼ਾਹ ਗਰੀਬ ਨਵਾਜ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਵੇ ਬਾਬਾ ਜੀ ਨੇ ਬਖਸ਼ਾ ਕਰਨੀ ਆ, ਇਹ ਭਾਈ ਤੂੰ ਅਰਦਾਸ ਕਰ ਕਹਿ ਦੇ ਸਤਿਗੁਰੂ, ਮੰਦਾ ਖਾਂ ਚੰਗਾ ਖਾਂ ਤੇਰਾ ਖਾਂ, ਤੂੰ ਗੁਰੂ ਦਾ ਬਣ, ਗੁਰੂ ਰੱਖੇਗਾ। ਜੋ ਪਾਤਸ਼ਾਹ ਫਰਮਾਉਂਦੇ ਨੇ, ਖਮ ਗਰੀਬ ਮਸਕੀਨ ਪ੍ਰਭ ਤੇਰੇ, ਘਰ ਰਾਖ ਰਾਖ ਵੱਡ ਵੱਡਾ। ਇਹ ਮੇਰੇ ਪ੍ਰਭੂ ਵੱਡਿਆਂ ਤੇ ਵੱਡੇ, ਅਸੀਂ ਤੇਰੇ ਗਰੀਬ ਅਤੀ ਦੀਨ, ਤੇਰੇ ਦਰ ਦੇ ਕੂਕਰ ਖਾਂ ਪਾਤਸ਼ਾਹ। हे ਪ੍ਰਭੂ, ਸਾਡੀ ਇਸ ਸਾਗਰ ਤੋਂ, ਕਠਨ ਸਾਗਰ ਤੋਂ ਆਪ ਰੱਖਿਆ ਕਰ। ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਤਾਰੀ। ਸੇਵਾ ਕਛੂ ਨਾ ਜਾਣੋ ਨੀਚ ਮੂਰਖਾਂ ਦੇ, ਅਸੀਂ ਤਾਂ ਨੀਚਾਂ ਤੋਂ ਨੀਚ ਹਾਂ। ਔਰ ਆਪਣੀ ਸ਼ਰਨ ਵਿੱਚ ਰੱਖੋ, ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਤਾਰੀ। ਤੂੰ ਦੀਨ ਬੰਧੂ ਦੀਨ ਦਿਆਲ ਹੈ ਪਾਤਸ਼ਾਹ, ਤੇਰੀ ਸ਼ਰਨ ਵਿੱਚ ਆਏ ਹਾਂ। ਜਨ ਨਾਨਕ ਨਾਮ ਆਧਾਰ ਟੇਕ ਹੈ, ਅਦ ਨਾਮੇ ਹੀ ਸੁਖ ਮੰਡਾ ਹੈ। ਹੇ ਮੇਰੇ ਵਾਹਿਗੁਰੂ, ਅਸੀਂ ਦਾਸਾਂ ਨੂੰ, ਤੇਰੇ ਦਰ ਦੇ ਕੂਕਰਾਂ ਨੂੰ ਆਪਦੇ ਨਾਮ ਦਾ, ਬਾਣੀ ਦਾ ਹੀ ਆਧਾਰ ਹੈ ਪਾਤਸ਼ਾਹ। ਆਪਦੇ ਨਾਮ ਦਾ ਧਨ ਨੂੰ ਆਸਰਾ ਟੇਕ ਹੈ। ਕਿ ਪ੍ਰਭੂ ਆਪਦੇ ਨਾਮ ਸੇ ਸਾਡੇ ਮਨ ਨੇ ਸੁਖ ਧਾਰਨ ਕੀਤਾ, ਮੰਡਾ ਧਾਰਨ ਨੂੰ ਕਹਿੰਦੇ ਨੇ। ਇਹ ਤੇਰੀਆਂ ਬਖਸ਼ੀਸ਼ਾਂ ਨੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ। ਰਾਗ ਗੌੜੀ ਪੂਰਬੀ ਮਹੱਲਾ ਪੰਜੋਵਾ, ਕਰੋ ਬੇਨੰਤੀ ਸੁਣੋ ਮੇਰੇ ਬੀਤਾ। ਸੰਤ ਟਹਿਲ ਕੀ ਵੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਵਸਨ ਸੁਹੇਲਾ। ਪੰਜਵੇਂ ਗੁਰੂ ਨਾਨਕ ਪਾਵਨ ਬਚਨ ਕੀ ਫਰਮਾਉਂਦੇ ਨੇ, ਆਪ ਬੇਨਤੀ ਕਰਦੇ ਨੇ। ਬੜੇ ਪਿਆਰ ਨਾਲ ਕਹਿੰਦੇ ਨੇ ਬੇਨਤੀ ਕਰਕੇ, ਹੇ ਮੇਰੇ ਮਿੱਤਰੋ, ਮੇਰੇ ਪਿਆਰੇ ਸੱਜਣੋ, ਕਰੋ ਬੇਨੰਤੀ ਸੁਣੋ ਮੇਰੇ ਬੀਤਾ। ਮੈਂ ਦੋਨੋਂ ਹੱਥ ਜੋੜ ਕੇ ਤੁਹਾਡੇ ਅੱਗੇ ਇੱਕ ਬੇਨਤੀ ਕਰਦਾ ਹਾਂ। ਆਪ ਜਗਤ ਦਾ ਮਾਲਕ, ਆਪ ਹਰੀ ਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਚਨ ਕਹਿ ਰੱਖੇ ਨੇ। ਦੋਨੋਂ ਹੱਥ ਜੋੜ ਕੇ, ਹੇ ਮੇਰੇ ਮਿੱਤਰੋ ਸੱਜਣੋ, ਮੈਂ
ਪਹਿਲੋ ਖਾਦ ਲਾਖ, ਖੱਟ ਕੇ ਚੱਲੋਗੇ ਲਾਖ, ਕਿਉਂਕਿ ਲਾਹਾ ਲੈਣ ਹੀ ਆਪਾਂ ਆਏ ਹਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, हे ਪ੍ਰਾਣੀ ਤੂੰ ਲਾਹਾ ਲੈਣ ਆਇਆ। ਆਇਓ ਪੜਨ ਸੁਣਨ ਕੋ ਬਾਣੀ, ਨਾਮ ਬਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪਰ ਮਨੁੱਖ ਨੇ ਵਸਾ ਦਿੱਤਾ ਪ੍ਰਭੂ ਦੇ ਨਾਮ ਨੂੰ। ਆਇਓ ਪੜਨ ਸੁਣਨ ਕੋ ਬਾਣੀ, ਆਇਆ ਸੀ ਪੜਨ ਤੇ ਸੁਣਨ ਵਾਸਤੇ। ਇਹ ਜਨਮ ਦਿੱਤਾ ਸੀ ਮਨੁੱਖ ਨੂੰ, ਇੱਕ ਮਿਲਣ ਦੀ ਵਾਰੀ ਅਵਸਰ ਦਿੱਤਾ। ਮਨੁੱਖ ਦਾ ਲਕਸ਼ ਪ੍ਰਯੋਜਨ ਕੋਈ ਹੋਰ ਦੂਜਾ ਹੈ ਹੀ ਨਹੀਂ, ਇੱਕ ਇਹੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਵਾਰੀ ਹੈ। ਜੋ ਪਾਤਸ਼ਾਹ ਆਪ ਬੇਨਤੀ ਕਰਕੇ ਬੜੇ ਪਿਆਰ ਨਾਲ ਕਹਿੰਦੇ ਨੇ ਵਚਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮੈਂ ਬੇਨਤੀ ਕਰਦਾ ਕਿ ਮੇਰੇ ਮਿੱਤਰੋ ਸੁਣੋ, ਸੰਤ ਟਹਿਲ ਕੀ ਵੇਲਾ ਵੇਲਾ ਹੈ ਜੋ ਮਨੁੱਖਾ ਜਨਮ ਤੁਹਾਨੂੰ ਬਖਸ਼ਿਆ ਹੈ। ਇਸ ਮਨੁੱਖ ਦੇ ਵਿੱਚ ਜੋ ਪਰਮੇਸ਼ਰ ਦੇ ਨਾਮ ਦਾ ਜਪਣ ਦਾ ਲਾਖਾ ਖੱਟ ਕੇ ਚੱਲੋਗੇ, ਤਬ ਅੱਗੇ ਪਰਲੋਕ ਵਿੱਚ ਤੁਹਾਨੂੰ ਵਸਣਾ ਸੁੱਖ ਦੇ ਦੇਣਹਾਰਾ ਹੋਵੇਗਾ, ਸੁਹੇਲਾ ਵਸਣਾ ਹੋਵੇਗਾ, ਆਨੰਦ ਵਿੱਚ ਵਸੋਗੇ। ਕਿਉਂਕਿ ਉਹ ਮਾਲਕ ਵੱਡਾ ਚਤਰ ਤੇ ਸੁਝਾਨ ਹੈ। ਇਹ ਪਾਤਸ਼ਾਹ ਜੀ ਦੇ ਵਚਨ ਨੇ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭਖੈ ਨਾਲ, ਅੱਗੇ ਸਾਹੋ ਸੁਜਾਨ ਗਏ ਲੈਸੀ ਵਸਤ ਸੰਭਾਲ। ਬੜਾ ਸਿਆਣਾ ਤੇ ਚਤਰ ਹੈ ਮੇਰਾ ਪ੍ਰਭੂ। ਉੱਥੇ ਖੋਟਿਆਂ ਤੇ ਖਰਿਆਂ ਦੀ ਫਿਰ ਪਰਖ ਹੁੰਦੀ ਹੈ। ਭਾਈ ਰੇ ਰਾਮ ਕਹੋ ਚਿਤ ਲਾਏ, ਖਰ ਜਸ ਵਖਰ ਲੈ ਚਲੋ ਸੋ ਦੇਖੈ ਪਟਿਆ। ਐਸਾ ਵਖਰ ਸੌਦਾ ਲੈ ਕੇ ਜਾ ਜੋ ਪਤੀ ਪਰਮੇਸ਼ਰ ਮੇਰਾ ਵਾਹਿਗੁਰੂ, ਉਹ ਸੱਜਣ, ਉਹ ਦਾਤਾ, ਦੀਨ ਦੁਨੀਆ ਦਾ ਮਾਲਕ ਪ੍ਰਸੰਨ ਹੋ ਜਾਵੇ। ਕਿ ਲਾਗਾ ਖੱਟ ਕੇ ਆਇਆ, ਆ ਗਏ ਵਸਨ ਸੁਹੇਲਾ, ਸੁਖੀ ਵਸੇਗਾ ਆਨੰਦ ਤੇ ਖੇੜੇ ਵਿੱਚ ਵਸੇਗਾ। ਜੇ ਤੂੰ ਸੇਵਾ ਤੇ ਸਿਮਰਨ ਵਿੱਚ ਜੁਟ ਜਾਵੇਂ, ਜਿਵੇਂ ਬਾਬਾ ਜੀ ਨੇ ਬਚਨ ਕਰਨੇ, ਭਾਈ ਮੈਂ ਬਾਕੀ ਦੋ ਪਰਾਂ ਨਾਲ ਉੱਡਦਾ, ਸੇਵਾ ਤੇ ਸਿਮਰਨ, ਇਹ ਦੋ ਪਦ ਨੇ, ਇਹ ਲੋਕ ਤੇ ਪਰਲੋਕ ਸੁਹੇਲਾ। ਔਦ ਘਟੈ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਔਦ ਘਟੈ ਦਿਨ ਸੋ ਰਹਿਣਾ ਰੇ। हे ਭਾਈ, ਅਵਸਥਾ ਰਾਤ ਤੇ ਦਿਨ ਕਰਕੇ ਘਟੀ ਚੱਲੀ ਜਾਂਦੀ ਹੈ। ਦਿਨ ਅੱਜ ਦਾ ਆਇਆ, ਉਹ ਕੱਲ ਦਾ ਦਿਨ ਨਹੀਂ ਆਉਣਾ, ਕੱਲ ਹੋ ਰਿਹਾ ਹੋਵੇਗਾ, ਉਹ ਦੁਬਾਰਾ ਨਹੀਂ ਆਉਣਾ ਮੁੜ ਕੇ। ਕਿਉਂਕਿ ਇਹ ਆਦ ਵਾਲਾ ਆਪਣੀ ਘਟਦੀ ਜਾ ਰਹੀ ਹੈ। ਜਨਨੀ ਜਾਨਤ ਸੁਧ ਵੱਡਾ ਹੋਤ ਹੈ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ। ਮੋਲ ਮੋਲ ਕਰ ਅਦਕ ਲਾਡ ਧਰ, ਪੇਖਤ ਹੀ ਜਮਰਾਓ ਵਸੈ ਜਮ ਖਸਦਾ ਹੈ। ਮਾਂ ਕਹਿੰਦੀ ਹੈ ਮੇਰਾ ਪੁੱਤਰ ਜਵਾਨ ਹੋ ਰਿਹਾ, ਪਰ ਉਹਦੀ ਯਾਦ ਬਲਾ ਘਟਦੀ ਜਾਂਦੀ ਹੈ। ਕਦੇ ਮੋਲ ਕਰੇ ਤਿੱਤਰ ਕੁਝ ਕਹਿੰਦੀ ਹੈ, ਉਹ ਕਾਲ ਦੇ ਕੇ ਹੱਸਦਾ ਕਿ ਮੇਰਾ ਖਾਜਾ ਮੈਂ ਲੈ ਜਾਣਾ ਹੈ। ਔਦ ਘਟੈ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਜ ਸੋ। ਇਹ ਭਾਈ ਤੇਰੀ ਆਦ ਵਾਲਾ ਦਿਨ ਰਾਤ ਕਰਕੇ ਘਟਦੀ ਜਾਂਦੀ ਹੈ। ਜੇ ਗੁਰੂ ਨੂੰ ਮਿਲ ਕੇ ਆਪਣੇ ਕਾਜ ਨੂੰ ਸਵਾਰ ਲਵੋ, ਲਾਹਾ ਲਵੋ, ਮਨ ਗੁਰ ਮਿਲ ਕਾਜ ਸਵਾਰੇ। ਕਿਹੜੇ ਕਾਜ ਸਵਾਰਨੇ? ਕਿਉਂਕਿ ਗੁਰੂ ਹੀ ਸਮਤ ਦਿੰਦਾ ਹੈ, ਗੁਰੂ ਨੇ ਸੋਝੀ ਦੇਣੀ ਹੈ। ਗੁਰੂ ਤੋਂ ਬਿਨਾਂ ਅੰਧਕਾਰ ਦਾ ਅੰਧੇਰਾ ਹੈ। ਇਹ ਪਾਤਸ਼ਾਹ ਗੁਰਦੇਵ ਦੇ ਬਚਨ ਨੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਗਿਆਨ, ਗੁਰੂ ਤੋਂ ਬਿਨਾਂ ਸਮਤ ਨਹੀਂ ਮਿਲਦੀ।
ਜੋ ਪਾਤਸ਼ਾਹ ਫਰਮਾਉਂਦੇ ਨੇ ਭਾਈ, ਮਨ ਗੁਰ ਮਿਲ ਕਾਜ ਸਵਾਰੇ, ਆਪਣਾ ਕਾਜ ਸਵਾਰ ਲੈ, ਸਮਰੱਥ ਗੁਰੂ ਨੂੰ ਮਿਲ। ਗੁਰੂ ਵਾਲਾ ਬਣ, ਜੋ ਸਤਿਗੁਰਾਂ ਦੇ ਪਾਵਨ ਬਚਨ ਨੇ, ਖੰਡੇ ਵਾਟੇ ਦਾ ਅੰਮ੍ਰਿਤ ਛਕ। ਗੁਰੂ ਵਾਲਾ ਬਣ, ਕਿਉਂਕਿ ਨਿਗੁਰੇ ਪੁਰਸ਼ ਦੀ ਗਤੀ ਨਹੀਂ ਹੁੰਦੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਆਪਣੇ ਕਾਰਜ ਨੂੰ ਸਵਾਰ ਲੈ, ਇਸ ਜਨਮ ਦਾ ਲਾਖਾ ਲੈ। ਫਿਰ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਈ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਦੋਨੋਂ ਹੱਥ ਜੋੜ ਕੇ ਬੇਨਤੀ ਕਰਕੇ ਇਹ ਸਮਤ ਦੇ ਰੱਖੇ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਕੇ ਭਾਈ ਵਿਸ਼ੇ ਵਿਕਾਰ ਸੰਸਿਆਂ ਵਿੱਚ ਭਰਿਆ ਹੋਇਆ ਜੋ ਇਹ ਸੰਸਾਰ ਸਮੁੰਦਰ ਹੈ, ਵਿਸ਼ਿਆਂ ਵਿਕਾਰਾਂ ਵਿੱਚ ਤੇ ਸੰਸਿਆਂ ਵਿੱਚ ਭਰਿਆ ਪਿਆ ਹੈ। ਇਸ ਨੂੰ ਪਤਾ ਹੀ ਨਹੀਂ ਮੇਰਾ ਲਕਸ਼ ਪ੍ਰਯੋਜਨ ਕੀ ਹੈ। ਇਸ ਜਗਤ ਵਿੱਚ ਆਉਣ ਦਾ ਸੁਤੇ ਕਹਿੰਦਾ, ਆਏ ਖਾਂ ਰਸ ਆਨੰਦ ਭੋਗ ਆਦਿਕ ਭੋਗੀਏ, ਆਨੰਦ ਲਈਏ ਜਗਤ ਦਾ। ਪਰ ਇਹ ਕਦੇ ਵਿਚਾਰਿਆ ਹੀ ਨਹੀਂ ਕਿ ਮੈਂ ਪਰਦੇਸੀ ਹਾਂ, ਮੈਂ ਮੁਸਾਫਰ ਹਾਂ। ਇਸ ਤਨ ਵਿੱਚ ਸਦੀਵੀ ਮੇਰਾ ਵਾਸਾ ਨਹੀਂ ਰਹਿਣਾ। ਜਿਸ ਮਾਲਕ ਨੇ ਮੈਨੂੰ ਭੇਜਿਆ, ਮੇਰੇ ਤੇ ਬੜੇ ਭਾਰੀ ਉਪਕਾਰ ਕੀਤੇ ਨੇ, ਉਹ ਮਾਲਕ ਮੇਰੇ ਤੋਂ ਹਿਸਾਬ ਕਿਤਾਬ ਵੀ ਪੁੱਛੇਗਾ। ਕੀ ਖੱਟ ਕੇ ਲਿਆਇਆ ਹੈ, ਕੀ ਗਵਾਇਆ, ਕੀ ਚੰਗਾ ਤੇ ਕੀ ਮਾੜਾ ਕੀਤਾ, ਫਿਰ ਕੀ ਜਵਾਬ ਦਵੇਂਗਾ। ਧਰਮ ਰਾਏ ਜਬ ਲੇਖਾ ਮੰਗੈ, ਤਬ ਕਿਆ ਮੁਖ ਲੈ ਕੇ ਜਾਏਗਾ। ਕਿਹੜੇ ਮੁਖ ਨਾਲ ਤੂੰ ਸਨਮੁਖ ਹੋਵੇਂਗਾ, ਉਸ ਮਾਲਕ ਪਰਵਰਦਗਾਰ ਹੀ ਅੱਗੇ। ਤੂੰ ਸੰਸਿਆਂ ਵਿੱਚ ਪਿਆ ਹੈ, ਭਰਮਾਂ ਵਿੱਚ ਪਿਆ, ਅਗਿਆਨ ਵਿਦਿਆ ਦੇ ਵਿੱਚ ਰਚਿਆ ਹੋਇਆ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਇਹ ਜਗਤ ਸੰਸੇ ਤੇ ਵਿਕਾਰਾਂ ਵਿੱਚ, ਵਿਸ਼ਿਆਂ ਵਿੱਚ ਤੁਰਿਆ ਫਿਰਦਾ ਹੈ। ਐਸਾ ਸੰਸਾਰ ਸਮੁੰਦਰ, ਤਰਿਓ ਬ੍ਰਹਮ ਗਿਆਨੀ। ਤੋ ਕੌਣ ਤਰਿਆ ਰੱਬ ਦਾ ਪਿਆਰ? ਨਾਮ ਬੋ ਬੋ ਬੋ, ਭਾਈ ਜੁਗ ਕਲ ਜੁਗ ਦਾ ਹੈ। ਨਾਮ ਦਾ ਬੀਜ ਬੀਜੋ, ਨਾਮ ਜਪੋ, ਅਨਰੂਤ ਨਾਹੀ ਨਾਹੀ। ਮਤ ਭਰਮ ਭੂਲੋ ਭੂਲੋ, ਮਤ ਭਰਮ ਵਿੱਚ ਸੰਸੇ ਵਿੱਚ ਪੈ ਜਾਏ। ਰੁੱਤਾ ਬੀਜ ਬੀਜਿਆ ਉਗਦਾ ਨਹੀਂ, ਰੁੱਤ ਨਾਲ ਬੀਜਿਆ ਜਾਂਦਾ ਹੈ। ਇਹ ਰੁੱਤ ਹੈ ਨਾਮ ਦੇ ਬੀਜ ਬੀਜਣ ਦੀ, ਜੁਗ ਕਲ ਜੁਗ ਦਾ ਕਲ ਕੇਵਲ ਨਾਮ ਉਹਦਾ। ਨਾਮ ਜਪੋ, ਸੰਗ ਕਰੋ ਸਾਧੂਆਂ ਦਾ। ਤਰਿਓ ਬ੍ਰਹਮ ਗਿਆਨੀ, ਬ੍ਰਹਮ ਦੇ ਵਿੱਚ ਰਤੇ ਮਹਾਤਮਾ ਤਰ ਗਏ ਨੇ ਕਠਿਨ ਸਾਗਰ ਤੋਂ। ਜਿਸੇ ਜਗਾਈ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਸਤਿਗੁਰੂ ਬ੍ਰਹਮ ਸਰੋਤਰੀ ਬ੍ਰਹਮ ਦੇਵਟੀ ਗੁਰੂ, ਜੇ ਸੋਏ ਹੋਏ ਮਨੁੱਖ ਨੂੰ ਮੋਹ ਨਿੰਦਰਾ ਤੋਂ ਜਗਾ ਦਿੰਦੇ ਨੇ। ਕਿਉਂਕਿ ਕਿਹਨਾਂ ਨੂੰ ਜਗਾਉਂਦੇ ਨੇ? ਜਿਨ੍ਹਾਂ ਤੇ ਬਖਸ਼ੀਸ਼ਾਂ ਹੁੰਦੀਆਂ ਨੇ। ਕਿਉਂਕਿ ਜਿਸ ਨੂੰ ਆਪਣਾ ਆਪ ਜਣਾਵੇ ਉਹ ਜਾਣੇਗਾ, ਦੂਜਾ ਨਹੀਂ ਜਾਣਦਾ। ਜਿਸ ਤੇ ਬਖਸ਼ਿਸ਼ਾਂ ਕੀਤੀਆਂ, ਉਪਦੇਸ਼ ਬਖਸ਼ਿਆ ਰੱਬ ਦੇ ਜਨਾਂ ਨੇ, ਜੋ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਚਿੱਕੜ ਵਿੱਚ ਫਸਿਆ ਸੀ,
ਬਾਹਾਂ ਪਕੜ ਗੁਰ ਕੱਢਿਆ ਸੋਈ ਉਤਰਿਆ ਪਾਰ ਕੱਢ ਲਿਆ। ਨਾਮ ਰਸ ਵਿੱਚ ਜੋੜ ਦਿੱਤਾ ਅਨੇਕਾਂ ਨੂੰ ਜੋੜਿਆ ਤਾਰਿਆ। ਜਗਤ ਦੇ ਮਾਲਕ ਨੇ, ਕਿਉਂਕਿ ਜੋ ਵੀ ਸ਼ਰਨ ਵਿੱਚ ਆਇਆ ਉਹ ਤਰਿਆ। ਕਿਉਂਕਿ ਰੱਬ ਦੇ ਜਨ ਬੜੇ ਭਾਰੀ ਉਪਕਾਰੀ ਹੁੰਦੇ ਨੇ। ਬ੍ਰਹਮ ਗਿਆਨੀ ਭਾਰੀ ਉਪਕਾਰਿ ਮਾਖਾ। ਉਹਨਾਂ ਨੂੰ ਦਿਨ ਰਾਤ ਚਾਅ ਹੁੰਦਾ ਕਿ ਤਾਰਨਾ ਭਲਾ ਕਰਨਾ ਹੈ ਜਗਤ ਦੇ ਜੀਵਾਂ ਦਾ। ਫਿਰ ਰੱਬ ਦੇ ਪਿਆਰੇ ਉਹ ਜੀਵ ਸ਼ਰਨ ਵਿੱਚ ਆਉਂਦਾ, ਫਿਰ ਉਹ ਨਿੰਦਰਾ ਤੋਂ ਜਗਾ ਦਿੰਦੇ ਨੇ ਸੁੱਤੇ ਨੂੰ, ਸੋਝੀ ਬਖਸ਼ਦੇ ਨੇ, ਨਾਮ ਨਾਲ ਜੋੜ ਦਿੰਦੇ ਨੇ। ਅਕਥ ਕਥਾ ਤਿੰਨ ਜਾਣੀ, ਅਕਾਲ ਪੁਰਖ ਦੀ ਕਥਾ ਤਿਸਨੇ ਫਿਰ ਜਾਣੀ ਹੈ, ਤਿਸੀ ਨੂੰ ਅਨੁਭਵ ਹੋਇਆ ਔਰ ਬਖਸ਼ੀਸ਼ਾਂ ਦਾ ਪਾਤਰ ਬਣ ਗਿਆ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਪਾਤਸ਼ਾਹ ਫਰਮਾਉਂਦੇ ਨੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ, हे ਸਿੱਖੋ, ਜਿਸ ਵਾਸਤੇ ਸੰਸਾਰ ਵਿੱਚ ਤੁਸੀਂ ਆਏ ਹੋ, ਆਪ ਸਤਿਗੁਰੂ ਦੋਨੋਂ ਹੱਥ ਜੋੜ ਕੇ ਬੇਨਤੀਆਂ ਕਰ ਰੱਖੇ ਨੇ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਬੇਨਤੀ ਹੈ ਸੰਤ ਟਹਿਲ ਕੀ ਬੇਲਾ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਸਤੇ ਤੁਸੀਂ ਇਸ ਜਗਤ ਵਿੱਚ ਆਏ ਹੋ, ਸੋਈ ਪਰਮੇਸ਼ਰ ਦੇ ਨਾਮ ਦਾ ਧਨ ਗੁਰੂ ਤੋਂ ਖਰੀਦੋ। ਜਗਤ ਦੇ ਪਦਾਰਥ ਹੀ ਮੰਗਦੇ ਹੋ, ਉਸ ਦਾਤੇ ਤੋਂ ਦਾਤ ਨਾਮ ਦੀ ਮੰਗੋ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇਹ ਨਾਮ ਸੰਤੋਖੀ ਆਉਤਰੇ ਮਨ ਕੀ ਭੁੱਖ। ਸਭ ਭੁੱਖਾਂ ਦੂਰ ਹੋ ਜਾਂਦੀਆਂ ਨੇ। ਨਾਮ ਦੀ ਦਾਤ ਮੰਗਣੀ ਕਰੋ। ਜਾ ਕੋ ਆਏ ਸੋਈ ਵਿਹਾਜੋ, ਜਿਸ ਨੂੰ ਲੈਣ ਆਏ ਉਹ ਖਰੀਦੋ ਗੁਰੂ ਤੋਂ ਨਾਮ ਦੀ ਦਾਤ। ਗੁਰੂ ਦੁਆਰੇ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਾਵਣਾ ਕਰੋ। ਤਬ ਨਿਜ ਘਰ ਜੋ ਨਿਜ ਆਨੰਦ ਸਰੂਪ ਹੈ, ਉਹ ਸਹਿਜੇ ਹੀ ਤੁਸੀਂ ਪਾ ਲਓ। ਇਹ ਪਾਤਸ਼ਾਹ ਫਰਮਾਉਂਦੇ ਨੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਤ ਨਾ ਹੋਏਗੋ ਫੇਰਾ। ਫਿਰ ਤੁਹਾਨੂੰ ਜਨਮ ਤੇ ਮਰਨ ਦਾ ਫੇਰਾ ਨਹੀਂ ਹੋਵੇਗਾ। ਇਸ ਪ੍ਰਕਾਰ ਤੁਸੀਂ ਬੇਨਤੀ ਅਰਜ਼ੋਈ ਕਰੋ ਉਸ ਪ੍ਰਭੂ ਅੰਤਰਜਾਮੀ ਮੇਰੇ ਗੁਰੂ ਨਾਨਕ ਅੱਗੇ। ਅੰਤਰਜਾਮੀ ਪੁਰਖ ਬਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਤੂਰੇ। ਅੰਤਰਜਾਮੀ ਪੁਰਖ ਬਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਤੂਰੇ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਉਸ ਵਾਹਿਗੁਰੂ ਅੰਤਰਜਾਮੀ ਅੱਗੇ ਇਸ ਤਰ੍ਹਾਂ ਬੇਨਤੀ ਅਰਦਾਸ ਕਰੋ। ਹੇ ਅੰਤਰਜਾਮੀ, ਹੇ ਵਿਧਾਤਾ ਪੁਰਖ, ਮੇਰੇ ਮਨ ਦੀ ਸ਼ਰਧਾ ਨੂੰ ਪੂਰਨ ਕਰੋ। ਮੈਂ ਦਾਸ ਤੇਰੇ ਦਰ ਦਾ ਕੂਕਰ, ਇਹੀ ਸੁਖ ਮੰਗਦਾ ਹਾਂ ਜੋ ਮੈਨੂੰ ਤਿੰਨ ਤੇਰੇ ਜਨਾਂ ਸੰਤਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ। ਭਾਵੇਂ ਕਿ ਸਾਧ ਸੰਗਤ ਮੇਰੇ ਤੋਂ ਕਦੇ ਨਾ ਛੁੱਟੇ, ਮੈਂ ਸਤ ਸੰਗੀ ਬਣਿਆ ਰਹਾ, ਤੇਰੀਆਂ ਜਨਾਂ ਦੇ ਚਰਨਾਂ ਦੀ ਧੂੜੀ ਫਸਾਂ। ਇਹ ਮੰਗ ਮੰਗਣੀ ਹੈ ਸਤਿਗੁਰੂ ਤੋਂ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਅਚੁਤ ਹੈ ਪਰ ਬ੍ਰਹਮ,
ਅਬਨਾਸੀ ਅਗਨਾਸ